ਸਤਿ ਸ਼੍ਰੀ ਅਕਾਲ। ਫਾਸਟ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਜਸਮੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਨਜ਼ਰ ਪਾਉਣੇ ਇਸ ਬੁਲੇਟਿਨ ਦੀਆਂ ਹੈਡਲਾਈਨਸ ਤੇ। ਤਰਨਤਾਰਨ ਤੋਂ ਕਾਬੂ ਕੀਤੇ ਗਏ ਗੈਂਗਸਟਰ ਰਛਪਾਲ ਦੇ ਅੱਤਵਾਦੀਆਂ ਦੇ ਨਾਲ ਲਿੰਕ। ਡੀਜੀਪੀ ਦਿਨਕਰ ਗੁਪਤਾ ਨੇ ਕੀਤਾ ਵੱਡਾ ਖੁਲਾਸਾ। ਕਈ ਮਾਮਲਿਆਂ ਦੇ ਵਿੱਚ ਲੋੜੀਂਦਾ ਸੀ ਰਛਪਾਲ। ਬੀਤੇ ਦਿਨੀ ਐਨਕਾਊਂਟਰ ਕਰਕੇ ਤਰਨਤਾਰਨ ਪੁਲਿਸ ਨੇ ਕੀਤਾ ਸੀ ਕਾਬੂ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਢੱਡਰੀਆਂ ਵਾਲਿਆਂ ਦੇ ਪ੍ਰੋਗਰਾਮ ਨਾ ਕਰਵਾਉਣ ਦੇ ਦਿੱਤੇ ਹੁਕਮ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੀਤੇ ਗਏ ਕਈ ਅਹਿਮ ਫੈਸਲੇ। ਸੁੱਚਾ ਸਿੰਘ ਲੰਗਾਹ ਦੀ ਮੁਆਫੀ ਵੀ ਕੀਤੀ ਖਾਰਿਜ। ਨਹੀਂ ਥੰਮ ਰਿਹਾ ਜ਼ਹਿਰੀਲੀ ਸ਼ਰਾਬ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ। ਤਰਨਤਾਰਨ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਇੱਕ ਹੋਰ ਮੌਤ। ਨਿੱਜੀ ਹਸਪਤਾਲ ਦੇ ਵਿੱਚ ਚੱਲ ਰਿਹਾ ਸੀ ਇਲਾਜ, ਕਈ ਹਜੇ ਵੀ ਜ਼ੇਰੇ ਇਲਾਜ। ਚੰਡੀਗੜ੍ਹ ਵਿਖੇ ਅੱਜ ਪੰਜਾਬ ਕੈਬਨਿਟ ਦੀ ਅਹਿਮ ਬੈਠਕ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ ਬੈਠਕ ਦੀ ਪ੍ਰਧਾਨਗੀ। ਕੋਰੋਨਾ ਸੰਕਟ ਦੇ ਨਾਲ 28 ਅਗਸਤ ਨੂੰ ਹੋਣ ਵਾਲੇ ਇੱਕ ਦਿਨਾ ਵਿਧਾਨ ਸਭਾ ਸੈਸ਼ਨ ਤੇ ਵੀ ਹੋਵੇਗੀ ਚਰਚਾ। ਪੰਜਾਬ ਪੁਲਿਸ ਦੇ ਐਸਐਚਓ ਨੇ ਕੀਤਾ ਸ਼ਲਾਘਾਯੋਗ ਕੰਮ। ਯੂਨੀਵਰਸਿਟੀ ਦੀਆਂ ਫੀਸਾਂ ਦੇਣ ਲਈ ਵਿਦਿਆਰਥੀਆਂ ਨੂੰ ਆਪਣੇ ਕੋਲੋਂ ਦਿੱਤਾ 50,000। ਐਚਐਮਵੀ ਕਾਲਜ ਦੇ ਬਾਹਰ ਫੀਸਾਂ ਨੂੰ ਲੈ ਕੇ ਧਰਨਾ ਦੇ ਰਹੇ ਸਨ ਵਿਦਿਆਰਥੀ। ਤੇ ਬਟਾਲਾ ਦੇ ਵਿੱਚ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਰੌਣਕਾਂ। ਅੱਜ ਦੇ ਦਿਨ ਮਾਤਾ ਸੁਲੱਖਣੀ ਜੀ ਦੇ ਨਾਲ ਹੋਇਆ ਸੀ ਗੁਰੂ ਸਾਹਿਬ ਦਾ ਵਿਆਹ। ਸੁਲਤਾਨਪੁਰ ਲੋਧੀ ਤੋਂ ਬਟਾਲਾ ਆਈ ਸੀ ਬਰਾਤ। ਗੁਰਦੁਆਰਾ ਕੰਧ ਸਾਹਿਬ ਦੇ ਵਿੱਚ 26 ਅਗਸਤ ਤੱਕ ਚੱਲਣਗੇ ਧਾਰਮਿਕ ਸਮਾਗਮ। तो बुलेटिन का आगाज़ करते हैं। सब तो पहला गल करते हैं पंजाब कैबिनेट की अहम बैठक की। दसिए चंडीगढ़ के विच कैप्टन अमरिंदर सिंह की प्रधानगी हेठ पंजाब कैबिनेट की बैठक होने वाली है। असीं उत्थे दस दईए कि वीडियो कॉन्फ्रेंसिंग जरिए बैठक होवेगी ते इस दौरान कोरोना संकट के नाल कई होर मामलों के उत्ते चर्चा हो सकती है। ये भी समझा जा रहा है कि 28 अगस्त को होने वाले एक दिन विधान सभा सैशन के संबंध में तैयारियों के संबंध में भी जी चर्चा हो सकती है। तो उत्थे ही जे गल करिए तो कोरोना नूं लैके जिहड़ियां लगातार बैठकों का सिलसिला वो देखने को मिलिया सी ते अज भी कोरोना संकट नूं लैके जिहड़ी चर्चा वो की जा सकती है। उत्थे ही विधान सभा का जो सैशन है एक दिन सैशन उस संबंध दे विच भी जिहड़ियां तैयारियां दे संबंध विच जिहड़ी चर्चा की जा सकती है। तो वधेरे जानकारी लिए चंडीगढ़ तो साडे सहयोगी पत्रकार सुमित जोशी साडे नाल जुड़े ने। सुमित, की जानकारी अज की कुछ बैठक दे विच विचाराधीन हो सकता है? देखो सैशन 28 तरीक ਨੂੰ ਤੇ ਉਸ ਨੂੰ ਲੈ ਕੇ ਇੱਕ ਤਾਂ ਅੱਜ ਚਰਚਾ ਕੀਤੀ ਜਾਊਗੀ ਕਿਹੜੇ ਬਿੱਲ ਲਿਆਂਦੇ ਜਾ ਸਕਦੇ ਨੇ ਜਿਹੜੇ ਕਿ ਸੈਸ਼ਨ ਦੇ ਵਿੱਚ ਪਾਸ ਕੀਤੇ ਜਾਣ। ਕਿਉਂਕਿ ਸੈਸ਼ਨ ਦੇ ਤਮਾਮ ਆਮ ਤੌਰ ਦੇ ਉੱਤੇ ਦੇਖਦੇ ਹਾਂ ਕਿ ਜਿਹੜੇ ਬਿੱਲਾਂ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ ਉਹ ਸੈਸ਼ਨ ਦੇ ਵਿੱਚ ਪੂਰਾ ਸਦਨ ਦਿੰਦਾ ਤਾਂ ਉਸ ਨੂੰ ਲੈ ਕੇ ਅੱਜ ਚਰਚਾ ਹੋਏਗੀ। ਤੇ ਦੂਸਰੇ ਪਾਸੇ ਜ਼ਾਹਿਰ ਦੀ ਗੱਲ ਹੈ ਕੋਰੋਨਾ ਨੂੰ ਲੈ ਕੇ ਲਗਾਤਾਰ ਹਰ ਇੱਕ ਮੀਟਿੰਗ ਦੇ ਵਿੱਚ ਹੀ ਤਮਾਮ ਰਿਵਿਊ ਰੱਖੇ ਜਾਂਦੇ ਨੇ। ਉਹ ਰਿਵਿਊ ਹੈ ਜਿਹੜੇ ਰੱਖੇ ਜਾਣਗੇ ਤੇ ਸੀਐਮ ਅੱਗੇ ਉਹ ਰਿਵਿਊ ਲੈ ਕੇ ਹੈ ਜਿਹੜਾ ਕੀ ਕੋਈ ਫੈਸਲਾ ਵੀ ਲੈ ਸਕਦੇ ਹੈਗੇ ਨੇ। ਤਾਂ ਇਹ ਚੀਜ਼ ਦੇਖਣ ਆਈ ਹੋ ਕਿਉਂਕਿ ਅੱਜ ਦੋ ਮੁੱਖ ਵਿਸ਼ੇ ਕਹਿ ਸਕਦੇ ਹਾਂ, ਇੱਕ ਤਾਂ ਕੋਰੋਨਾ ਦਾ ਰਿਵਿਊ ਤੇ ਦੂਸਰਾ ਜਿਹੜਾ ਸਦਨ ਦੇ ਵਿੱਚ ਜਿਹੜੇ ਰੱਖਣੇ ਨੇ ਬਿੱਲ ਉਹਨਾਂ ਨੂੰ ਲੈ ਕੇ ਚਰਚਾ ਕੀਤੀ ਜਾਊਗੀ ਕਿ ਆਖਰ ਕਿਹੜੇ ਬਿੱਲ ਰੱਖੇ ਜਾਣ, ਕੀ ਲਿਆਂਦਾ ਜਾਵੇ। ਜੀ ਸੁਮਿਤ, ਟਾਈਮਿੰਗ ਦੇ ਸੰਬੰਧ ਵਿੱਚ ਕੁਝ ਸਾਫ਼ ਹੋ ਪਾਇਆ? ਕਿੰਨੇ ਕੁ ਵਜੇ ਇਹ ਮੀਟਿੰਗ ਸ਼ੁਰੂ ਹੋ ਸਕਦੀ ਹੈ? ਬਿਲਕੁਲ ਜੀ, 3 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਹ ਮੀਟਿੰਗ ਹੋਣੀ ਹੈਗੀ ਹੈ ਤੇ ਸਾਰੇ ਜਿਹੜੇ ਮੰਤਰੀ ਨੇ ਆਪਦੇ ਖੇਤਰਾਂ ਚੋਂ ਜਾਂ ਫਿਰ ਕਿਸੇ ਕੋਲ ਘਰੇ ਸੁਵਿਧਾ ਹੋਈ ਤਾਂ ਉੱਥੇ ਬੈਠਣਗੇ ਜਾਂ ਫਿਰ ਪੰਜਾਬ ਭਵਨ। जी बहुत बहुत शुक्रिया तमाम जानकारी के लिए। तो बिल्कुल अज पंजाब कैबिनेट की अहम बैठक है तो उस संबंध में जे गल करिए तो कोरोना नूं लैके चर्चावां की गल जिथे आ रही है उत्थे विधान सभा का सैशन भी होने जा रहा है एक दिन, उसनूं लैके भी जिहड़ी उत्थे गलबात ते उत्थे चर्चा हो सकती है, संभावना इहो जी जताई जा रही है। अगली खबर के वाल रुख करते हैं। श्री अकाल तख्त साहिब के जथेदार ज्ञानी हरप्रीत सिंह की अगवाई के हेठ हुई 5 सिंह साहिबाना की मीटिंग के कई अहम मुद्दे विचारे गए। इन्हां दे विचों लापता हुए 267 पावन स्वरूपों का मामला अहम रहा।
ਜਥੇਦਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਜਾਰੀ ਕੀਤੇ ਨੇ ਕਿ ਹਫ਼ਤੇ ਦੇ ਅੰਦਰ ਸ਼ਾਰਟ ਨੋਟਿਸ ਦੇ ਅੰਤਰਿਮ ਕਮੇਟੀ ਦੀ ਮੀਟਿੰਗ ਸੱਦ ਕੇ ਇਸ ਦੇ ਵਿੱਚ ਜ਼ਿੰਮੇਵਾਰ ਮੁਲਜ਼ਮਾਂ ਅਧਿਕਾਰੀਆਂ ਯਾਨੀ ਕਿ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇ। ਇਸ ਤੋਂ ਇਲਾਵਾ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਮਲੇ ਤੇ ਵੀ ਫੈਸਲਾ ਲਿਆ ਗਿਆ। ਜਥੇਦਾਰ ਨੇ ਕਿਹਾ ਕਿ ਢੱਡਰੀਆਂ ਵਾਲੇ ਦੇ ਕਥਨਾਂ ਦੇ ਸਬੰਧ ਦੇ ਵਿੱਚ ਪੜਤਾਲ ਦੇ ਲਈ ਬਣਾਈ ਗਈ ਵਿਦਵਾਨਾਂ ਦੀ ਸਬ ਕਮੇਟੀ ਦੀ ਰਿਪੋਰਟ ਮੁਤਾਬਕ ਉਸਨੇ ਗੁਰਮਤ ਦੇ ਪ੍ਰਤੀ ਕੁਝ ਗਲਤ ਬਿਆਨ ਦਿੱਤੇ ਨੇ ਅਤੇ ਉਹ ਇਸ ਸਬੰਧ ਦੇ ਵਿੱਚ ਇਹਨੇ ਕਥਨਾਂ ਦੇ ਸੰਬੰਧੀ ਸਪਸ਼ਟੀਕਰਨ ਦੇਣ ਤੋਂ ਵੀ ਇਨਕਾਰੀ ਹੋ ਗਏ ਨੇ। ਉਹਨਾਂ ਸਿੱਖ ਸੰਗਤ ਨੂੰ ਹੁਕਮ ਕੀਤਾ ਹੈ ਕਿ ਢੱਡਰੀਆਂ ਵਾਲੇ ਦੇ ਪ੍ਰੋਗਰਾਮ ਆਯੋਜਿਤ ਨਾ ਕੀਤੇ ਜਾਣ, ਜਦਕਿ ਇਸ ਬਿਆਨ ਤੋਂ ਬਾਅਦ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਬਿਆਨ ਵੀ ਸਾਹਮਣੇ ਆਇਆ, ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ 6 ਮਹੀਨੇ ਪਹਿਲਾਂ ਹੀ ਸਮਾਗਮ ਕਰਨੇ ਛੱਡੇ ਹਨ ਅਤੇ ਇਸ ਤੋਂ ਇਲਾਵਾ ਜਥੇਦਾਰ ਸਾਹਿਬ ਨੇ ਕਿਹਾ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ ਅਤੇ ਹਮੇਸ਼ਾ ਰਹੇਗੀ। ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕਰਨਾ ਗਲਤ ਨਹੀਂ ਹੈ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਏ ਮਤੇ ਅਨੁਸਾਰ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਪਬਲੀਕੇਸ਼ਨ ਵਿਭਾਗ ਦੇ ਵਿੱਚ 267 ਸਟਾਕ ਦੇ ਵਿੱਚੋਂ ਘੱਟ ਹੋਣ ਸੰਬੰਧੀ ਸ਼ਿਕਾਇਤ ਦੀ ਪੜਤਾਲ ਲਈ ਇੱਕ ਪੜਤਾਲੀਆ ਕਮਿਸ਼ਨ ਬਣਾਇਆ ਗਿਆ ਸੀ। ਉਹਦੀ ਰਿਪੋਰਟ ਆਈ ਹੈ ਤੇ ਰਿਪੋਰਟ ਵਿੱਚ ਲਿਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਟੋਰ ਲੈਜ਼ਰ ਦੇ ਵਿੱਚ ਠੀਕ ਢੰਗ ਦੇ ਨਾਲ ਮੇਨਟੇਨ ਨਹੀਂ ਕੀਤੇ ਗਏ ਸਨ। ਓਪਨ ਅਤੇ ਕਲੋਜ਼ਿੰਗ ਲੈਜ਼ਰ ਵਾਰ-ਵਾਰ ਕਟਿੰਗ ਅਤੇ ਛੇੜਛਾੜ ਕੀਤੀ ਗਈ। ਸਾਲ 2013-14 ਅਤੇ 14-15 ਦੀਆਂ ਲੈਜ਼ਰਾਂ ਨੂੰ ਚੈੱਕ ਕਰਨ ਤੇ ਪਾਇਆ ਕਿ ਪ੍ਰੈਸ ਤੇ ਪਬਲੀਕੇਸ਼ਨ ਵਿਭਾਗ ਦੀਆਂ ਲੈਜ਼ਰਾਂ ਵਿੱਚ 18/8/2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪ ਨਹੀਂ ਸਗੋਂ 328 ਪਾਵਨ ਸਰੂਪ ਜਿਹੜੇ ਸਨ ਉਹ ਘੱਟ ਸਨ। ਇਸ ਤੋਂ ਇਲਾਵਾ ਪਬਲੀਕੇਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਵੇਸਟਿੰਗ ਅੰਗਾਂ ਲਈ ਦਿੱਤੇ ਵਾਧੀ ਅੰਗਾਂ ਤੋਂ ਅਣਅਧਿਕਾਰਤ ਤਰੀਕੇ ਦੇ ਨਾਲ ਕੁਝ ਪਾਵਨ ਸਰੂਪ ਤਿਆਰ ਕਰਵਾ ਕੇ ਬਿਨਾਂ ਬਿੱਲ ਕੱਟਿਆਂ ਸੰਗਤਾਂ ਨੂੰ ਦਿੱਤੇ ਗਏ। ਇੱਕ ਵਾਰ 61 ਸਰੂਪ ਤਿਆਰ ਕਰਵਾਏ ਗਏ ਤੇ ਇੱਕ ਵਾਰ 125 ਪਾਵਨ ਸਰੂਪ ਅਣਅਧਿਕਾਰਤ ਤੌਰ ਤੇ ਵਧੇਰੇ ਅੰਗਾਂ ਤੋਂ ਤਿਆਰ ਜਿਹੜੇ ਆ ਉਹ ਕਰਵਾਏ ਗਏ। ਮਿਤੀ 28/8/2015 ਤੋਂ 31/5/2020 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਚੈਕਿੰਗ ਅਨੁਸਾਰ ਮੌਜੂਦਾ ਸਮੇਂ ਵਿੱਚ ਸਟੋਰ ਲੈਜ਼ਰ ਦੇ ਵਿੱਚੋਂ 267 ਸਰੂਪ ਘੱਟ ਸਨ। ਇਸ ਸਮੇਂ ਦੌਰਾਨ ਬਿੱਲਾਂ ਤੇ ਟੁੱਚਾਂ ਵਿੱਚ ਵੀ ਕਾਫੀ ਅੰਤਰ ਪਾਇਆ ਗਿਆ ਹੈ। ਲੈਜ਼ਰਾਂ ਦੇ ਨਾਲ ਛੇੜਛਾੜ ਦੇ ਮਾਮਲੇ ਵੀ ਸਾਹਮਣੇ ਆਏ ਹੈ ਔਰ ਸਭ ਤੋਂ ਵੱਡੀ ਗੱਲ ਕਿ 2016 ਤੋਂ ਹੁਣ ਤੱਕ ਆਡਿਟ ਜਿਹੜਾ ਉਹ ਨਹੀਂ ਕਰਵਾਇਆ ਗਿਆ। ਇਸ ਤਰ੍ਹਾਂ ਇਹ ਬਹੁਤ ਵੱਡੀ ਬੇਈਮਾਨੀ ਤੇ ਅਣਗਹਿਲੀ ਜਿਹੜੀ ਹੈ ਉਹ ਸਾਬਤ ਹੋਈ ਹੈ। ਸੁੱਚਾ ਸਿੰਘ ਲਗਾਹ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਮਾਫੀ ਨਹੀਂ ਹੈ। ਇਸ ਲਈ ਸੰਗਤਾਂ ਇਸ ਨਾਲ ਮਿਲਵਰਤਨ ਜਿਹੜਾ ਹੈ ਉਹ ਬਿਲਕੁਲ ਨਾ ਰੱਖਣ। ਦੀ ਦੁਨੀਆ ਨੂੰ, ਸਾਰੇ ਸੰਸਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਸਿੱਖ ਇੱਕ ਵੱਖਰੀ ਕੌਮ ਸੀ, ਵੱਖਰੀ ਕੌਮ ਹੈ ਅਤੇ ਵੱਖਰੀ ਕੌਮ ਰਹੇਗੀ। ਇਸ ਲਈ ਸਿੱਖਾਂ ਨੂੰ ਕਿਸੇ ਕੋਲੋਂ ਸਪਸ਼ਟੀਕਰਨ ਜਾਂ ਸਰਟੀਫਿਕੇਟ ਲੈਣ ਦੀ ਜਿਹੜੀ ਹੈ ਕੋਈ ਲੋੜ ਨਹੀਂ ਹੈ। ਪਿਛਲੇ ਦਿਨੀ ਗੁਰਦੁਆਰਾ ਸਾਹਿਬਾਨ ਵਿੱਚ ਅਰਦਾਸ ਕਰਨ ਵਾਲੇ ਕੁਝ ਸਿੱਖ ਨੌਜਵਾਨਾਂ ਨੂੰ ਸਰਕਾਰ ਵੱਲੋਂ ਗ੍ਰਿਫਤਾਰ ਕੀਤਾ ਗਿਆ, ਜੋ ਕਿ ਉਚਿਤ ਨਹੀਂ ਹੈ, ਕਿਉਂਕਿ ਅਰਦਾਸ ਕਰਨਾ ਸਿੱਖਾਂ ਦਾ ਧਾਰਮਿਕ ਫਰਜ਼ ਹੈ। ਸਿੱਖ ਹਮੇਸ਼ਾ ਹੀ ਅਰਦਾਸ ਰਾਹੀਂ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਦ੍ਰਿੜ ਕਰਦੇ ਹਨ। ਇਸ ਲਈ ਅਰਦਾਸ ਕਰਨਾ ਕੋਈ ਜੁਰਮ ਨਹੀਂ, ਪਰ ਪੈਸੇ ਦੇ ਲਾਲਚ ਵਿੱਚ ਕੀਤੀ ਜਾਂ ਕਰਵਾਈ ਅਰਦਾਸ ਸਿੱਖ ਧਰਮ ਦਾ ਅੰਗ ਨਹੀਂ ਹੈ। ਸਿੱਖ ਨੌਜਵਾਨਾਂ ਨੂੰ ਉਕਸਾਊ ਬਿਆਨਾਂ ਤੋਂ ਸੁਚੇਤ ਹੋਣ ਦੀ ਅੱਜ ਬਹੁਤ ਵੱਡੀ ਲੋੜ ਹੈ। ਤੇ ਅਗਲੀ ਵੱਡੀ ਖਬਰ ਦੇ ਵੱਲ ਰੁਕ ਕਰਦੇ ਹਾਂ। ਤਰਨਤਾਰਨ ਤੋਂ ਖਬਰ ਹੈ ਜਿੱਥੇ ਕਿ ਬੀਤੇ ਕੱਲ ਕਾਬੂ ਕੀਤੇ ਗਏ ਗੈਂਗਸਟਰ ਰਛਪਾਲ ਸਿੰਘ ਬਾਰੇ ਪੰਜਾਬ ਦੇ ਡੀਜੀਪੀ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਡੀਜੀਪੀ ਨੇ ਦੱਸਿਆ ਹੈ ਕਿ ਰਛਪਾਲ ਨੇ ਅੱਤਵਾਦੀਆਂ ਦੇ ਨਾਲ ਉਸਦੇ ਸਬੰਧ ਸਥਾਪਿਤ ਕੀਤੇ ਸਨ ਅਤੇ ਕਈ ਮਾਮਲਿਆਂ ਦੇ ਵਿੱਚ ਉਹ ਪੁਲਿਸ ਨੂੰ ਲੋੜੀਂਦਾ ਸੀ। ਇਸ ਦੇ ਵਿਰੁੱਧ 8 FIRs ਦਰਜ ਕੀਤੀਆਂ ਹੋਈਆਂ ਨੇ। ਡੀਜੀਪੀ ਨੇ ਕਿਹਾ ਹੈ ਕਿ ਪਿਛਲੇ ਦਿਨੀ ਰਛਪਾਲ ਤੋਂ ਕਈ ਹਥਿਆਰ ਅਤੇ ਭਾਰੀ ਤਾਦਾਦ ਦੇ ਵਿੱਚ ਨਸ਼ਾ ਜ਼ਬਤ ਕੀਤਾ ਗਿਆ ਸੀ। ਇੱਥੇ ਦੱਸ ਦਈਏ ਕਿ ਭਿੱਖੀਵਿੰਡ ਦੇ ਪਿੰਡ ਪੂਲਾ ਵਿਖੇ ਰੇਡ ਕਰਨ ਗਈ ਪੁਲਿਸ ਨੇ ਅਤੇ ਗੈਂਗਸਟਰ ਦੇ ਵਿਚਾਲੇ ਉੱਥੇ ਜਦੋਂ ਮੁੱਠਭੇੜ ਹੋਈ ਸੀ ਤਾਂ ਉਸ ਦੌਰਾਨ ਭਿੱਖੀਵਿੰਡ ਦੇ ASI ਮਲਕੀਤ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋਏ। ਹਾਲਾਂਕਿ ਪੁਲਿਸ ਵੱਲੋਂ ਮੌਕੇ ਤੇ ਇੱਕ ਗੈਂਗਸਟਰ ਨੂੰ ਕਾਬੂ ਵੀ ਕਰ ਲਿਆ ਗਿਆ। ਇਸ ਦੌਰਾਨ ਮਲਕੀਤ ਸਿੰਘ ਵੱਲੋਂ ਕਾਫੀ ਉੱਥੇ ਬਹਾਦਰੀ ਦਿਖਾਈ ਗਈ। ਉੱਥੇ ਜ਼ਖਮੀ ਹੋਣ ਦੇ ਬਾਵਜੂਦ ਉਹਨਾਂ ਨੇ ਇਸ ਗੈਂਗਸਟਰ ਨੂੰ ਕਾਬੂ ਕੀਤਾ ਤੇ ਉੱਥੇ ਦੱਸ ਦਈਏ ਦੂਜਾ ਗੈਂਗਸਟਰ ਪੁਲਿਸ ਨੂੰ ਚਕਮਾ ਦੇ ਕੇ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਰਿਹਾ, ਜਿਸ ਦੀ ਭਾਲ ਜਾਰੀ ਹੈ। ਫਿਰੋਜ਼ਪੁਰ ਰੇਂਜ ਦੇ DIG ਹਰਦਿਆਲ ਸਿੰਘ ਮਾਨ ਨੇ ਦੱਸਿਆ ਹੈ ਕਿ ਗ੍ਰਿਫਤਾਰ ਕੀਤਾ ਰਛਪਾਲ ਸਿੰਘ ਇੱਕ ਡਰੱਗ ਸਮਗਲਰ ਹੈ ਅਤੇ ਕਾਫੀ ਅਪਰਾਧਿਕ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਲੋੜੀਂਦਾ ਸੀ।
ਪਲਵਿੰਦਰ ਕੰਡਾ ਸਾਡੇ ਸਹਿਯੋਗੀ ਪੱਤਰਕਾਰ ਸਾਡੇ ਨਾਲ ਜੁੜ ਗਏ ਨੇ, ਗੱਲਬਾਤ ਕਰਦੇ ਹਾਂ। ਪਲਵਿੰਦਰ, ਕੀ ਅਪਡੇਟ ਇਸ ਪੂਰੇ ਮਾਮਲੇ ਦੇ ਵਿੱਚ? ਅੱਤਵਾਦੀਆਂ ਦੇ ਨਾਲ ਲਿੰਕ ਉਹਦੇ ਸਾਹਮਣੇ ਆਏ ਨੇ ਤੇ ਕੀ ਕੁਝ ਜਾਣਕਾਰੀ ਮਿਲ ਰਹੀ ਹੈ ਕਿ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸਨ ਜਾਂ ਫਿਰ ਇਹ ਨਸ਼ੇ ਦੇ ਸੰਬੰਧ ਦੇ ਵਿੱਚ ਅੱਤਵਾਦੀਆਂ ਦੇ ਨਾਲ ਮਿਲਿਆ ਹੋਇਆ ਸੀ? ਜੀ ਜਸਮੀਤ ਜੀ, ਇਹਨਾਂ ਦਾ ਜਿਹੜਾ ਵਾ ਪਤਾ ਲੱਗਾ ਕਿ ਹਾਂ ਵੀ ਇਹ ISS ਦੇ ਨਾਲ ਇਹਨਾਂ ਦੇ ਸਬੰਧ ਸਨ, ਕਿਉਂਕਿ 2009 ਦੇ ਵਿੱਚ ਇਹ ਹੀਰਨ ਦਾ ਕੰਮ ਕਰ ਰਿਹਾ ਹੈ ਤੇ 2000 ਹੀਰਨ ਤੋਂ ਲੈ ਕੇ ਹੁਣ ਤੱਕ ਜਿਹੜਾ ਵਾ ਇਹ ਹੀਰਨ ਦੇ ਕੰਮ ਕਰਦੇ ਆਏ ਨੇ ਤੇ 2009 ਦੇ ਵਿੱਚ ਹੀ ਇਹਨਾਂ ਦੇ ਪਹਿਲਾ ਪਰਚਾ ਹੋਇਆ ਸੀ। ਜੀ ਜੀ ਤੇ ਹੁਣ ਤੱਕ ਕੀ ਕੁਝ ਜਾਣਕਾਰੀ, ਜਿਹੜੇ ਪਹਿਲਾਂ ਮਾਮਲੇ ਨੇ ਉਹ ਕਾਹਦੇ ਸੰਬੰਧ ਦੇ ਵਿੱਚ ਕੀਤੇ ਗਏ ਸਨ? ਨਸ਼ੇ ਦੀ ਸਮਗਲਿੰਗ ਦੇ ਜਾਂ ਫਿਰ ਹਥਿਆਰਾਂ ਦੀ ਸਪਲਾਈ ਦੇ, ਉਸ ਬਾਰੇ ਕੋਈ ਜਾਣਕਾਰੀ? ਜਿਹੜੀ ਜੀ ਪਹਿਲਾਂ 2009 ਦੇ ਵਿੱਚ ਨਸ਼ੇ ਦੀ ਸਮਗਲਿੰਗ ਦੇ ਝਵਾਲ ਪਿੰਡ ਦੇ ਵਿੱਚ ਹੋਇਆ ਸੀ। ਉਸ ਤੋਂ ਬਾਅਦ ਕੁਝ ਕਤਲ ਕੇਸ ਸੀ, 302 ਦਾ ਪਰਚਾ ਜੀ ਹੋਏ। ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਵੀ ਇਹਦੇ ਜਿਹੜੇ ਪਰਚੇ ਨੇ, ਜਿਹੜੇ ਸਮਗਲਿੰਗ ਦੇ ਕੇਸ ਨੇ, ਨਾਲ ਹਥਿਆਰ ਵੀ ਫੜੇ ਜਾਂਦੇ ਰਹੇ ਨੇ। ਜੀ ਜੀ ਪਲਵਿੰਦਰ, ਰਿਮਾਂਡ ਹਾਸਲ ਕਰ ਲਿਆ ਪੁਲਿਸ ਨੇ? ਜੀ ਕੱਲ ਜੀ ਉਹਨਾਂ ਨੂੰ ਜਿਹੜੀ ਜੀ ਜਦੋਂ ਹੱਥੋਂ ਪਾਈ ਹੋਏ ਉੱਥੇ ਪੁਲਿਸ ਦੇ ਨਾਲ, ਤੇ ਪੁਲਿਸ ਨੇ ਜਦੋਂ ਗੋਲੀ ਲੱਗਣ ਦੇ ਕਰਕੇ ਹੱਥੋਂ ਪਾਈ ਹੋਣ ਕਰਕੇ ਉਹਦੇ ਥੋੜੀ ਸਿਰ 'ਤੇ ਸੱਟ ਸੀ, ਉਹਦੇ ਕਰਕੇ ਪਹਿਲਾਂ ਉਹਨੂੰ ਹਸਪੀਟਲ ਦਾਖਲ ਕਰਾਇਆ ਗਿਆ। ਉਸ ਤੋਂ ਬਾਅਦ ਉਹਨੂੰ ਰਿਮਾਂਡ ਤੇ ਕੱਲ ਕਰਕੇ ਰਿਮਾਂਡ ਤੇ ਲਿਆ ਗਿਆ ਜੀ। ਜੀ ਪਲਵਿੰਦਰ, ਨਜ਼ਰ ਬਣਾਏ ਰੱਖੋ ਇਸ ਪੂਰੀ ਖਬਰ ਤੇ। ਬਹੁਤ ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਦੇ ਲਈ। ਤਾਂ ਰਿਸ਼ਪਾਲ ਸਿੰਘ ਤੇ ਅੱਤਵਾਦੀਆਂ ਦੇ ਨਾਲ ਲਿੰਕ ਸਾਹਮਣੇ ਆਏ ਨੇ। DGP ਦਿਨਕਰ ਗੁਪਤਾ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ ਅਤੇ ਉੱਥੇ ਹੀ ਦੱਸ ਦਈਏ ਕਿ ਜੋ ASI ਮਲਕੀਤ ਸਿੰਘ ਜ਼ਖਮੀ ਹੋਏ ਨੇ, ਉਹਨਾਂ ਦੀ ਬਹਾਦਰੀ ਦੇ ਨਾਲ ਇਸ ਨੂੰ ਕਾਬੂ ਕਰਨ ਦੇ ਵਿੱਚ ਪੁਲਿਸ ਨੇ ਸਫਲਤਾ ਹਾਸਲ ਕੀਤੀ। ਹਾਲਾਂਕਿ ਇੱਕ ਜੋ ਨਾਲ ਇਸ ਦਾ ਸਾਥੀ ਗੈਂਗਸਟਰ ਸੀ, ਉਹ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਰਿਹਾ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਤੇ ਉੱਥੇ ਹੀ ਦੱਸ ਦਈਏ ਕਿ ਪੁੱਛਗਿੱਛ ਦੌਰਾਨ ਜੋ ਫੜਿਆ ਗਿਆ ਅੱਤਵਾਦੀ, ਉਸ ਤੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਨੇ। ਕੋਰੋਨਾ ਦੀ ਗੱਲ ਕਰਦੇ ਆ। ਪੰਜਾਬ ਦੇ ਵਿੱਚ ਕੋਰੋਨਾ ਦੇ ਮਾਮਲਿਆਂ ਦੇ ਵਿੱਚ ਇੱਕ ਚਿੰਤਾਜਨਕ ਸਥਿਤੀ ਦੇਖਣ ਨੂੰ ਮਿਲ ਰਹੀ ਹੈ ਤੇ ਸੂਬੇ ਦੇ ਵਿੱਚ ਜੋ ਆંકੜਾ ਹੈ ਉਹ 43,000 ਤੋਂ ਪਾਰ ਹੋ ਗਿਆ। ਉੱਥੇ ਹੀ ਦੱਸ ਦਈਏ ਕਿ ਕੋਰੋਨਾ ਦੇ 1516 ਨਵੇਂ ਕੇਸ ਸਾਹਮਣੇ ਆਏ। ਹੁਣ ਤੱਕ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤੇ ਕੋਰੋਨਾ ਦੇ ਨਾਲ 1000 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਨਾਲ ਹੀ ਗੱਲ ਕਰੀਏ ਤਾਂ 28,357 ਮਰੀਜ਼ ਸਿਹਤਯਾਬ ਵੀ ਹੋਏ ਨੇ। ਤਾਂ ਰਾਹਤ ਵਾਲੀ ਵੀ ਗੱਲ ਹੈ ਕਿ ਮਰੀਜ਼ ਜਿਹੜੇ ਨੇ ਉਹ ਕਈ ਉਹਨਾਂ ਦੇ ਵਿੱਚੋਂ ਜਿਹੜੇ ਸਿਹਤਯਾਬ ਵੀ ਹੋ ਰਹੇ ਨੇ, ਪਰ ਇੱਥੇ ਆંકੜੇ ਜਿਹੜੇ ਇਹ ਵੱਧ ਰਹੇ ਨੇ ਤਾਂ ਉਹ ਚਿੰਤਾ ਵਾਲੀ ਗੱਲ ਜ਼ਰੂਰ ਹੈ। ਗੱਲ ਕਰੀਏ ਲੁਧਿਆਣਾ ਦੀ, ਲੁਧਿਆਣਾ ਦੇ ਵਿੱਚ 11 ਲੋਕਾਂ ਦੀ ਮੌਤ ਹੋਈ ਹੈ। ਜਲੰਧਰ 'ਚ 184 ਮਰੀਜ਼ਾਂ ਦੇ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਪਟਿਆਲਾ ਦੇ ਵਿੱਚ 140 ਨਵੇਂ ਮਰੀਜ਼ ਸਾਹਮਣੇ ਆਏ। ਉੱਥੇ ਮੋਹਾਲੀ ਦੀ ਗੱਲ ਕਰੀਏ, ਮੋਹਾਲੀ ਦੇ ਵਿੱਚ 250 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਦੇ ਵਿੱਚ ਕੋਰੋਨਾ ਪਾਇਆ ਗਿਆ। ਬਠਿੰਡਾ ਦੀ ਗੱਲ ਕਰੀਏ, 125 ਨਵੇਂ ਮਰੀਜ਼ ਬਠਿੰਡਾ ਦੇ ਵਿੱਚ ਵੀ ਮਿਲੇ ਨੇ। ਗੁਰਦਾਸਪੁਰ ਦੇ ਵਿੱਚ 142 ਮਰੀਜ਼ਾਂ ਦੇ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਤੇ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਪਾਈ ਹੈ ਤੇ ਉੱਥੇ ਦੱਸਦੀ ਹੈ ਕਿ ਮੁੱਖ ਮੰਤਰੀ ਨੇ ਆਪਣੇ ਟਵਿੱਟਰ ਹੈਂਡਲ ਤੇ ਇਸ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਕਰੀਬੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਿਛਲੇ ਹਫ਼ਤੇ ਜੋ ਲੋਕ ਉਹਨਾਂ ਦੇ ਸੰਪਰਕ ਵਿੱਚ ਆਏ ਸਨ, ਉਹ ਆਪਣੇ ਕੋਰੋਨਾ ਦੇ ਟੈਸਟ ਜਲਦ ਹੀ ਕਰਵਾ ਲੈਣ ਅਤੇ ਉਹਨਾਂ ਨੂੰ ਕੁਆਰੰਟਾਈਨ ਰਹਿਣ ਦੀ ਸਲਾਹ ਵੀ ਦਿੱਤੀ ਗਈ। ਇਸ ਤੋਂ ਪਹਿਲਾਂ ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨਚੰਦ ਗੁਪਤਾ ਸਮੇਤ ਵਿਧਾਨ ਸਭਾ ਦੇ 7 ਲੋਕ ਕੋਰੋਨਾ ਪੋਜ਼ਿਟਿਵ ਪਾਏ ਜਾ ਚੁੱਕੇ ਨੇ। ਉੱਥੇ ਹੀ ਦੱਸ ਦਈਏ ਬੀਤੇ ਬੁੱਧਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਚੰਡੀਗੜ੍ਹ ਸਥਿਤ ਘਰ ਤੇ 9 ਲੋਕਾਂ ਦੇ ਵਿੱਚ ਕੋਰੋਨਾ ਇਨਫੈਕਸ਼ਨ ਦੀ ਪੁਸ਼ਟੀ ਹੋਈ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਦਾ ਵੀ ਕੋਰੋਨਾ ਟੈਸਟ ਕੀਤਾ ਗਿਆ ਅਤੇ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਪਾਈ ਗਈ ਹੈ। ਲੁਧਿਆਣਾ ਦੀ ਗੱਲ ਕਰਦੇ ਹਾਂ। ਲੁਧਿਆਣਾ ਦੇ ਵਿੱਚ ਲਗਾਤਾਰ ਫੈਕਟਰੀਜ਼ ਦੇ ਵਿੱਚ ਅੱਗ ਲੱਗਣ ਦੀਆਂ ਖਬਰਾਂ ਆਉਂਦੀਆਂ ਜਾਂਦੀਆਂ ਨੇ ਤੇ ਤਾਜ਼ਾ ਮਾਮਲਾ ਵੀ ਸਾਹਮਣੇ ਆਇਆ। ਇੱਥੇ ਦੱਸੀਏ ਕਿ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਲੱਖਾਂ ਦਾ ਸਮਾਨ ਸੜ ਕੇ ਮੌਕੇ ਤੇ ਹੀ ਸੁਆਹ ਹੋ ਗਿਆ। ਉੱਥੇ ਹੀ ਦੱਸੀਏ ਕਿ ਲੁਧਿਆਣਾ ਦੇ ਸੁੰਦਰ ਨਗਰ ਇਲਾਕੇ ਦੀ ਘਟਨਾ, ਜਿੱਥੇ ਕਿ ਅੱਗ ਲੱਗੀ ਸੀ ਤੇ ਉੱਥੇ ਹੀ ਦੱਸੀਏ ਕਿ ਅੱਗ ਬੁਝਾਊ ਦਸਤੇ ਦੇ ਵੱਲੋਂ ਉੱਥੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਬੀਤੀ ਰਾਤ ਦੀ ਇਹ ਘਟਨਾ। ਉੱਥੇ ਹੀ ਦੱਸੀਏ ਕਿ ਅੱਗ ਲੱਗਣ ਦੇ ਕਾਰਨ ਹਜੇ ਤੱਕ ਸਪਸ਼ਟ ਨਹੀਂ ਹੋ ਪਾਏ ਨੇ, ਪਰ ਉੱਥੇ ਦੱਸੀਏ ਕਿ ਜਿਹੜਾ ਸਾਰਾ ਸਮਾਨ ਸੀ ਫੈਕਟਰੀ ਦੇ ਵਿੱਚ, ਲੱਖਾਂ ਦੀ ਕੀਮਤ ਦਾ ਸਮਾਨ ਦੱਸਿਆ ਜਾ ਰਿਹਾ, ਜਿਹੜਾ ਕੱਚਾ ਮਟੀਰੀਅਲ ਸੀ, ਰॉ ਮਟੀਰੀਅਲ ਸੀ, ਉਹ ਸੜ ਕੇ ਸੁਆਹ ਹੋ ਚੁੱਕਿਆ, ਜਿਸ ਦੇ ਨਾਲ ਕਾਫੀ ਨੁਕਸਾਨ ਹੋਇਆ। ਉੱਥੇ ਹੀ ਦੱਸੀਏ ਕਿ ਲੋਕਾਂ ਦੇ ਵੱਲੋਂ ਫਾਇਰ ਬ੍ਰਿਗੇਡ ਦੇ ਉੱਤੇ ਇਹ ਇਲਜ਼ਾਮ ਵੀ ਲਗਾਏ ਗਏ ਨੇ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਉਹ ਜਿਹੜੀਆਂ ਟਾਈਮ ਸਿਰ ਨਹੀਂ ਪਹੁੰਚੇ ਜਦੋਂ ਉਹਨਾਂ ਨੂੰ ਸੂਚਿਤ ਕੀਤਾ ਗਿਆ। ਤਾਂ ਉੱਥੇ ਦੱਸੀਏ ਕਿ ਇੱਥੇ ਵੱਡਾ ਨੁਕਸਾਨ ਹੋਇਆ, ਆਰਥਿਕ ਗਨੀਮਤ ਰਹੀ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਵਿਜੇ ਬੱਲਭ ਹੋਦਰੀ ਫੈਕਟਰੀ ਸੁੰਦਰ ਨਗਰ ਦੇ ਵਿੱਚ ਅੱਗ ਲੱਗੀ ਹੈ। ਇਹਨਾਂ ਦੇ ਸਾਹਮਣੇ ਮੇਰੀ ਫੈਕਟਰੀ ਹੈ।
ਮੇਰੇ ਛੋਟੇ ਬ੍ਰਦਰ ਦਾ ਮੈਨੂੰ ਪੌਣੇ 7 ਵਜੇ ਫੋਨ ਆਇਆ ਕਿ ਵਿਜੇ ਵੱਲਭ ਹੌਜ਼ਰੀ ਦੇ ਵਿੱਚ ਅੱਗ ਲੱਗ ਗਈ। ਜਦੋਂ ਤੱਕ ਅਸੀਂ ਇੱਥੇ ਆਏ ਤੇ ਇੱਕ ਗੱਡੀ ਫਾਇਰ ਬ੍ਰਿਗੇਡ ਦੀ ਆਈ ਦੀ ਸੀ, ਮਗਰ ਅੱਗ ਬਹੁਤ ਜ਼ਿਆਦਾ ਸੀ ਤੇ ਅਸੀਂ ਆ ਕੇ ਫਾਇਰ ਅਫਸਰ ਨੂੰ ਕਿਹਾ ਕਿ ਭਾਈ ਗੱਡੀਆਂ ਹੋਰ ਮੰਗਾਓ ਸੁੰਦਰ ਨਗਰ ਤੋਂ। ਉਹ ਕਹਿੰਦੇ ਸੁੰਦਰ ਨਗਰ ਗੱਡੀ ਹੋਈ ਇੱਕ ਹੈ। ਮੈਂ ਉਹਨੂੰ ਕਿਹਾ ਦੂਜੀ ਗੱਡੀ ਖੜੀ ਆ ਉਹ ਤੇ ਮੰਗਾ, ਕਹਿੰਦਾ ਉਹ ਗੱਡੀ ਖਰਾਬ। ਇੰਨੀ ਦੇਰ ਦੇ ਵਿੱਚ ਗੱਡੀ ਦੇ ਵਿੱਚ ਪਾਣੀ ਖਤਮ ਹੋ ਗਿਆ। ਉਸ ਤੋਂ ਬਾਅਦ ਪੌਣੇ ਘੰਟੇ ਬਾਅਦ ਬਾਕੀ ਗੱਡੀਆਂ ਆਈਆਂ, ਤਦ ਤੱਕ ਅੱਗ ਨੇ ਬਹੁਤ ਵਿਕਰਾਲ ਰੂਪ ਧਾਰਨ ਕਰ ਲਿਆ। ਸੁੰਦਰ ਨਗਰ ਹੌਜ਼ਰੀ ਐਡੀ ਇਹਨਾਂ ਨੂੰ ਟੈਕਸ ਦਿੰਦੀ ਹੈ ਸਰਕਾਰ ਨੂੰ, ਮਗਰ ਇਹਨਾਂ ਨੇ ਸਰਕਾਰ ਨੇ ਸਾਡੀ ਹੌਜ਼ਰੀ ਲਈ ਕੁਝ ਨਹੀਂ ਸੋਚਿਆ ਦਾ। ਇਹ ਜੀ ਸੁੰਦਰ ਨਗਰ ਮਹਾਵੀਰ ਜੈਨ ਕਲੋਨੀ ਗਲੀ ਨੰਬਰ 6 ਦੇ ਵਿੱਚ ਫੈਕਟਰੀ ਨੂੰ ਅੱਗ ਲੱਗੀ ਸੀ, ਜਿਹਦਾ ਕਿ ਟਾਈਮ 6:30 ਤੋਂ ਪੌਣੇ 7 ਦੇ ਵਿਚਕਾਰ ਸੀਗਾ। ਉਸ ਟਾਈਮ ਤੇ ਲੋਕਡਾਊਨ ਦਾ ਟਾਈਮ ਸੀਗਾ ਔਰ ਯਕਦਮ ਰੋਡ ਦੇ ਉੱਪਰ ਰਸ਼ ਪੈ ਗਿਆ ਔਰ ਰਸ਼ ਦੀ ਵਜ੍ਹਾ ਨਾਲ ਸਾਡੀਆਂ ਥੋੜ੍ਹੀਆਂ ਜੀ ਗੱਡੀਆਂ ਜਿਹੜੀਆਂ ਸੀਗੀਆਂ ਥੋੜ੍ਹੀਆਂ ਜੀ ਇਨਬੈਲੈਂਸ ਹੋ ਗਈਆਂ, ਕਿਉਂਕਿ ਇਹ ਗਲੀਆਂ ਵੀ ਬਹੁਤ ਤੰਗ ਨੇ। ਇਹਨਾਂ ਗਲੀਆਂ ਦੇ ਵਿੱਚ ਗੱਡੀਆਂ ਲੈ ਕੇ ਆਉਣੀਆਂ ਵੀ ਬਹੁਤ ਸਾਨੂੰ ਮਤਲਬ ਸਾਡੇ ਨਾਲ ਜਨਤਾ ਨੇ ਵੀ ਕੋਆਪਰੇਟ ਨਹੀਂ ਕੀਤਾ ਹੈਗਾ। ਜਨਤਾ ਵੀ ਸਾਨੂੰ ਟੁੱਟ ਕੇ ਪੈਂਦੀ ਸੀਗੀ, ਲੇਕਿਨ ਫਿਰ ਵੀ ਅਸੀਂ ਅੱਗ ਇਸ ਟਾਈਮ ਤਕਰੀਬਨ 60% ਜਿਹੜੀ ਹੈ ਕੰਟਰੋਲ ਕਰ ਲਈ ਹੈ। ਲੇਕਿਨ ਗੱਡੀਆਂ ਆਉਣ ਦੇ ਵਿੱਚ ਦਿੱਕਤ ਆਈ, ਕਿਉਂਕਿ ਗਲੀਆਂ ਦੇ ਵਿੱਚ ਕਾਰਾਂ ਖੜੀਆਂ ਸੀ, ਮੋਟਰਸਾਈਕਲ ਖੜੇ, ਸਕੂਟਰ ਖੜੇ। ਲੋਕਾਂ ਨੇ ਬਿਲਕੁਲ ਵੀ ਕੋਆਪਰੇਟ ਨਹੀਂ ਕੀਤਾ। ਕਿਸੇ ਨੇ ਕੋਈ ਆਪਣੀ ਕਾਰ ਪਿੱਛੇ ਕੀਤੀ, ਨਾ ਹੀ ਕਿਸੇ ਨੇ ਆਪਣਾ ਕੋਈ ਮੋਟਰਸਾਈਕਲ ਪਰੇ ਕੀਤਾ, ਨਾ ਕੋਈ ਸਾਈਕਲ ਪਰੇ ਕੀਤੀ। ਤਾਂ ਬਿਲਕੁਲ ਤਰਸੇਮ ਭਾਰਦਵਾਜ ਸਾਡੇ ਨਾਲ ਜੁੜ ਗਏ ਨੇ, ਇਸ ਵਕਤ ਗੱਲਬਾਤ ਕਰਦੇ ਹਾਂ। ਤਰਸੇਮ, ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਲੁਧਿਆਣਾ ਦੇ ਵਿੱਚ ਲਗਾਤਾਰ ਇਹ ਆਏ ਦਿਨ ਜਿਹੜੀਆਂ ਜੋ ਘਟਨਾਵਾਂ ਇਹ ਹੋ ਰਹੀਆਂ ਨੇ ਅੱਗ ਲੱਗਣ ਦੀਆਂ, ਤੇ ਉੱਥੇ ਜੇ ਗੱਲ ਕਰੀਏ ਤਾਂ ਇਹ ਵੀ ਹੁਣ ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਕਿ ਫਾਇਰ ਬ੍ਰਿਗੇਡ ਮੌਕੇ ਤੇ ਨਹੀਂ ਪਹੁੰਚੀ ਟਾਈਮ ਸਿਰ, ਜਿਹੜਾ ਉਹਨਾਂ ਨੂੰ ਪਹੁੰਚਣਾ ਚਾਹੀਦਾ ਸੀ। ਦੂਜੇ ਪਾਸੇ ਜਿਸ ਤਰ੍ਹਾਂ ਅਸੀਂ ਸੁਣਿਆ ਕਿ ਫਾਇਰ ਬ੍ਰਿਗੇਡ ਕਰਮਚਾਰੀ ਦਾ ਕਹਿਣਾ ਹੈ ਕਿ ਲੋਕਾਂ ਨੇ ਕੋਆਪਰੇਟ ਨਹੀਂ ਕੀਤਾ ਉਹਨਾਂ ਦੇ ਨਾਲ। ਬਿਲਕੁਲ ਜਿਸ ਵੀ ਸਭ ਤੋਂ ਵੱਡੀ ਗੱਲ ਹੈ, ਜਿਹੜਾ ਸੁੰਦਰ ਨਗਰ ਦਾ ਇਲਾਕੇ ਦੇ ਵਿੱਚ ਦੇਰ ਰਾਤ ਇੱਕ ਹੌਜ਼ਰੀ ਫੈਕਟਰੀ ਭਿਆਨਕ ਅੱਗ ਲੱਗਣ ਨਾਲ ਜਿੱਥੇ ਕਰੋੜਾਂ ਰੁਪਏ ਦਾ ਜਿਹੜਾ ਨੁਕਸਾਨ ਹੋਇਆ ਸਮਾਨ ਦਾ, ਉੱਥੇ ਲੋਕਾਂ ਦਾ ਇਹ ਵੀ ਦੋਸ਼ ਸੀਗਾ। ਜਿੱਥੇ ਸੁੰਦਰ ਨਗਰ ਏਰੀਆ ਦੇ ਵਿੱਚ ਸਾਰਾ ਜਿਹੜਾ ਹੈਗਾ ਕਮਰਸ਼ੀਅਲ ਏਰੀਆ ਹੈ, ਉੱਥੇ ਸਿਰਫ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਹੈ, ਉਹ ਵੀ ਬੜੀ ਦੇਰੀ ਨਾਲ ਪਹੁੰਚੀ, ਜਿਸ ਕਰਕੇ ਕਾਫੀ ਨੁਕਸਾਨ ਹੋਇਆ ਹੈਗਾ। ਲੋਕਾਂ ਦਾ ਇਹੀ ਗੁੱਸਾ ਸੀਗਾ ਵੀ ਇੱਥੇ ਫਾਇਰ ਬ੍ਰਿਗੇਡ ਦਾ ਪੂਰਾ ਇੰਤਜ਼ਾਮ ਨਹੀਂ ਹੈਗਾ, ਜਿਸ ਕਰਕੇ ਇੰਨਾ ਨੁਕਸਾਨ ਚੱਲਣਾ ਪਿਆ। ਦੂਸਰੀ ਉਹ ਜਿਹੜਾ ਉੱਥੇ ਦੇ ਫਾਇਰ ਕਰਮਚਾਰੀਆਂ ਦਾ ਇਹੀ ਕਹਿਣਾ ਸੀ, ਗਲੀਆਂ ਦੇ ਵਿੱਚ ਕਿਤੇ ਨਾ ਕਿਤੇ ਭੀੜ ਕਰਕੇ ਕਿਤੇ ਨਾ ਕਿਤੇ ਕੋਈ ਨਾ ਕੋਈ ਵਹੀਕਲ ਖੜੇ ਹੋਣ ਕਰਕੇ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਉਹਨਾਂ ਨੂੰ ਹੋਇਆ ਹੈਗਾ, ਜਿਸ ਕਰਕੇ ਇਹ ਦੇਰੀ ਹੋਈ ਹੈ। ਅਦਰਵਾਈਜ਼ ਉਹਨਾਂ ਵੱਲੋਂ ਜਿਹੜਾ ਮੌਕੇ ਤੇ ਪਹੁੰਚ ਕੇ ਅੱਗ ਤੇ ਬੁਝਾਉਣ ਲਈ ਜਿਹੜਾ ਹੈਗਾ ਤੁਰੰਤ ਕਾਰਵਾਈ ਸ਼ੁਰੂ ਕੀਤੀ ਤੇ 20 ਤੋਂ 25 ਗੱਡੀਆਂ ਜਿਹੜੀਆਂ ਨੇ ਅੱਗ ਬੁਝਾਉਣ ਲਈ ਲੱਗੀਆਂ ਤੇ ਅੱਗ ਤੇ ਜਿਹੜਾ ਦੇਰ ਰਾਤ ਤੱਕ ਕਾਬੂ ਪਾ ਲਿਆ ਗਿਆ ਸੀ। ਜੀ ਜੀ ਬਿਲਕੁਲ ਤਰਸੇਮ, ਬਹੁਤ ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਦੇ ਲਈ। ਤਾਂ ਇੱਥੇ ਲੋਕਾਂ ਦੇ ਵਿੱਚ ਵੀ ਰੋਸ ਦੇਖਣ ਨੂੰ ਮਿਲਿਆ, ਪਰ ਉੱਥੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਜਿਸ ਤਰ੍ਹਾਂ ਦੇ ਨਾਲ ਫਾਇਰ ਬ੍ਰਿਗੇਡ ਕਰਮਚਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੇ ਕੋਆਪਰੇਟ ਨਹੀਂ ਕੀਤਾ, ਤੇ ਇਹ ਮੁਸ਼ਕਿਲ ਜ਼ਰੂਰ ਹੈ ਸਾਡੇ ਇੱਥੇ। ਜਿਸ ਤਰ੍ਹਾਂ ਦੇ ਨਾਲ ਲੋਕਾਂ ਦਾ ਵਤੀਰਾ ਹੁੰਦਾ ਹੈ ਤਾਂ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਜੇਕਰ ਕੋਈ ਐਮਰਜੈਂਸੀ ਵਹੀਕਲ ਉੱਥੋਂ ਲੰਘ ਰਿਹਾ ਤਾਂ ਉਸਨੂੰ ਜਗ੍ਹਾ ਦੇਣੀ ਚਾਹੀਦੀ ਹੈ, ਚਾਹੇ ਉਹ ਐਂਬੂਲੈਂਸ ਹੋਵੇ, ਚਾਹੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੋਣ, ਤਾਂ ਉਹਨਾਂ ਨੂੰ ਰਾਹ ਦੇਣਾ ਚਾਹੀਦਾ। ਪਰ ਇੱਥੇ ਲੋਕਾਂ ਦੇ ਵਿੱਚ ਇਹ ਸਮਝ ਜਿਹੜੀ ਹੈ ਉਹ ਹਜੇ ਪਤਾ ਨਹੀਂ ਘੱਟ ਹੈ, ਪਤਾ ਨਹੀਂ ਲੋਕ ਕੀ ਸੋਚਦੇ ਨੇ। ਤਾਂ ਇਸ ਚੀਜ਼ ਨੂੰ ਥੋੜਾ ਨਜ਼ਰਅੰਦਾਜ਼ ਕਰਨ ਦੀ ਬਿਲਕੁਲ ਵੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਕਿਉਂਕਿ ਜਿਸ ਦੇ ਨਾਲ ਨੁਕਸਾਨ ਕਾਫੀ ਜ਼ਿਆਦਾ ਹੋ ਜਾਂਦਾ ਹੈ। ਕਿਸੇ ਦੀ ਜਾਨ ਜਾ ਸਕਦੀ ਸੀ, ਪਰ ਇੱਥੇ ਗਨੀਮਤ ਰਹੀ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਆਰਥਿਕ ਤੌਰ ਦੇ ਉੱਤੇ ਕਾਫੀ ਨੁਕਸਾਨ ਹੋ ਗਿਆ ਜੋ ਅੱਗ ਲੱਗੀ ਹੈ। ਪਰ ਉੱਥੇ ਦੂਜੇ ਪਾਸੇ ਲੋਕਾਂ ਦੇ ਵੱਲੋਂ ਜਿਸ ਤਰ੍ਹਾਂ ਇਲਜ਼ਾਮ ਲਗਾਏ ਜਾ ਰਹੇ ਨੇ, ਉਸ ਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਵੀ ਸਪਸ਼ਟੀਕਰਨ ਦਿੱਤਾ ਹੈ। ਇਸ ਵਕਤ ਦੀ ਵੱਡੀ ਖਬਰ ਆ ਰਹੀ ਹੈ, ਦੱਸ ਦਈਏ ਕਿ ਮਮਦੂਰ ਦੇ ਵਿੱਚ ਸਪੈਸ਼ਲ ਟਾਸਕ ਫੋਰਸ ਫਿਰੋਜ਼ਪੁਰ ਦੀ ਪੁਲਿਸ ਵੱਲੋਂ ਕਰੋੜਾਂ ਰੁਪਏ ਦੀ ਅੰਤਰਰਾਸ਼ਟਰੀ ਕੀਮਤ ਜਿਹੜੀ ਕਰੋੜਾਂ 'ਚ ਦੱਸੀ ਜਾ ਰਹੀ ਹੈ ਹੈਰੋਇਨ ਸਹਿਤ ਇੱਕ ਤਸਕਰ ਨੂੰ ਕਾਬੂ ਕੀਤਾ ਗਿਆ ਹੈ। ਗੁਪਤ ਸੂਚਨਾ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਗਈ ਹੈ। ਪਿੰਡ ਰਾਜਾ ਰਾਏ ਦੇ ਵਿੱਚ ਰੇਡ ਕਰਦਿਆਂ ਹੋਇਆ ਇਸ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ। 3 ਕਿਲੋ ਦੇ ਕਰੀਬ ਹੈਰੋਇਨ ਜਿਹੜੀ ਆ ਉਹ ਬਰਾਮਦ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਤੇ ਕਰੋੜਾਂ ਦੀ ਕੀਮਤ ਦੱਸੀ ਜਾ ਰਹੀ ਹੈ ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ। ਮਮਦੂਰ ਤੋਂ ਸੰਜੀਵ ਮਦਾਨ ਸਾਡੇ ਸਹਿਯੋਗੀ ਪੱਤਰਕਾਰ ਜੁੜ ਗਏ ਨੇ। ਸੰਜੀਵ, ਕੀ ਜਾਣਕਾਰੀ ਹੈ ਤੇ ਕਿਸ ਤਰ੍ਹਾਂ ਦੀ ਨਾਲ ਪੁਲਿਸ ਨੂੰ ਇਹ ਸੂਚਨਾ ਮਿਲੀ ਤੇ ਕੀ ਕੁਝ ਕਾਰਵਾਈ ਹੁਣ ਤੱਕ ਕੀਤੀ ਗਈ ਹੈ? ਮੈਡਮ, ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਇਹ ਪਰਸੋਂ ਦੇਰ ਸ਼ਾਮ ਦੀ ਘਟਨਾ ਹੈ। STF ਫਿਰੋਜ਼ਪੁਰ ਨੇ ਉੱਚ ਅਧਿਕਾਰੀ ਦੀ ਨਜ਼ਰ ਦੇ ਵਿੱਚ ਜਿਹੜਾ ਹੈਗਾ ਨੇਤਰੇ ਦੇ ਵਿੱਚ ਮਮਦੋੜ ਤੋਂ 8 ਕਿਲੋਮੀਟਰ ਦੂਰ ਸਰਹੱਦੀ ਪਿੰਡ ਹੈ ਰਾਜਾ ਰਾਏ, ਉੱਥੇ ਰੇਡ ਕੀਤਾ, ਜਿਸ ਦੇ ਵਿੱਚ ਇੱਕ ਕਥਿਤ ਤੌਰ ਤੇ ਤਸਕਰ ਦੇ ਕੋਲੋਂ ਜਿਹੜੀ ਹੈ 3 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਚਰਚਾ ਦੇ ਵਿੱਚ ਇਹ ਵੀ ਗੱਲ ਹੈ ਕਿ ਪਹਿਲਾਂ ਤਾਂ ਉਸ ਦੇ ਕੋਲੋਂ 1 ਪੈਕਟ ਘਰੋਂ ਬਰਾਮਦ ਕੀਤਾ ਔਰ 3 ਜਿਹੜੇ ਸਰਹੱਦ ਦੇ ਨੇੜੇ ਜ਼ਮੀਨ ਦੇ ਵਿੱਚੋਂ ਬਰਾਮਦ ਕੀਤਾ ਗਿਆ। ਪਰ ਜਿਹੜੀ ਪੁਸ਼ਟੀ ਅਧਿਕਾਰੀ ਤੌਰ ਤੇ ਅਜੇ ਤੱਕ ਸਾਹਮਣੇ ਆ ਰਹੀ ਹੈ ਉਹ 3 ਦੀ ਪੈਕਟ ਹੀ ਆ ਰਹੀ ਹੈ। ਜੀ ਸੰਜੀਵ, ਬਹੁਤ ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਦੇ ਲਈ। ਤਾਂ ਮਮਦੂਰ ਦੀ ਸਰਹੱਦੀ ਪਿੰਡ ਰਾਜਾ ਰਾਏ ਦੇ ਵਿੱਚ ਛਾਪੇਮਾਰੀ ਦੌਰਾਨ ਇਹ ਕਰੋੜਾਂ ਦੀ ਹੈਰੋਇਨ ਜਿਹੜੀ ਆ ਉਹ ਬਰਾਮਦ ਕੀਤੀ ਗਈ ਹੈ ਤੇ ਇੱਕ ਤਸਕਰ ਜਿਹੜਾ ਕਾਬੂ ਕੀਤਾ ਗਿਆ। ਗੁਪਤ ਸੂਚਨਾ ਦੇ ਆਧਾਰ ਤੇ ਜੋ STF ਦੇ ਵੱਲੋਂ ਇਹ ਰੇਡ ਕੀਤੀ ਗਈ ਸੀ, ਉਸ ਦੌਰਾਨ ਇਹ ਬਰਾਮਦਗੀ ਹੋਈ ਹੈ ਤੇ ਇਹ ਜੋ ਸ਼ਖਸ ਸੀ
ਜੋ ਕਿ ਇਸ ਦੇ ਵਿੱਚ ਰਲਿਆ ਹੋਇਆ ਸੀ ਤਸਕਰਾਂ ਦੇ ਨਾਲ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਲਹਾਲ ਪੁੱਛਗਿੱਛ ਉਸ ਤੋਂ ਕੀਤੀ ਜਾਵੇਗੀ ਤੇ ਇਸ ਮਾਮਲੇ ਦੇ ਵਿੱਚ ਜਾਣਕਾਰੀ ਹੋਰ ਵੀ ਹਾਸਲ ਕਰਾਂਗੇ। ਪਰ ਹੁਣ ਦੀ ਇਹ ਵੱਡੀ ਖਬਰ ਦੱਸਦੀ ਹੈ, ਸਪੈਸ਼ਲ ਟਾਸਕ ਫੋਰਸ ਫਿਰੋਜ਼ਪੁਰ ਦੇ ਵੱਲੋਂ ਕਰੋੜਾਂ ਰੁਪਏ ਦੀ ਅੰਤਰਰਾਸ਼ਟਰੀ ਕੀਮਤ ਦੀ ਹੈਰੋਇਨ ਸਹਿਤ ਇੱਕ ਤਸਕਰ ਕਾਬੂ ਕੀਤਾ ਗਿਆ। ਉਦੋਂ ਦੱਸ ਦਈਏ ਕਿ 5 ਜ਼ਿਲ੍ਹਿਆਂ ਦੇ ਵਿੱਚ, ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚ ਸਖਤੀ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਕਰੋਨਾ ਦੇ ਮੱਦੇਨਜ਼ਰ, ਅਤੇ ਇਸ ਤਹਿਤ ਔਡ ਈਵਨ ਦੇ ਤਹਿਤ ਜਿਹੜੀਆਂ ਦੁਕਾਨਾਂ ਖੋਲ੍ਹਣ ਦੀ ਜੋ ਹਦਾਇਤ ਕੀਤੀ ਗਈ ਸੀ। ਮੋਹਾਲੀ ਪ੍ਰਸ਼ਾਸਨ ਦੇ ਆਦੇਸ਼ਾਂ ਦੇ ਉੱਤੇ ਜਦੋਂ ਦੇਖੀਏ ਤਾਂ ਮੋਹਾਲੀ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਨਿਯਮਾਂ ਨੂੰ ਅਣਗੌਲਿਆ ਕੀਤਾ ਗਿਆ। ਦੁਕਾਨਦਾਰਾਂ ਨੇ ਔਡ ਈਵਨ ਸਿਸਟਮ ਬਿਲਕੁਲ ਨਹੀਂ ਮੰਨਿਆ ਸੀ। ਦੱਸੀਏ ਕਿ ਬਾਕੀ ਜਿਹੜੀ ਸ਼ਹਿਰਾਂ ਦੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ, ਇੱਥੇ ਕਈ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਤੱਕ ਨਹੀਂ ਖੋਲ੍ਹੀਆਂ ਕਿਉਂਕਿ ਉਹ ਕਨਫਿਊਜ਼ ਸਨ ਕਿ ਕਿਹੜੀ ਦੁਕਾਨ ਖੋਲ੍ਹਣੀ ਹੈ ਕਿਹੜੀ ਨਹੀਂ। ਚਲਾਨ ਦੇ ਡਰ ਤੋਂ ਉਹਨਾਂ ਨੇ ਆਪਣੀਆਂ ਦੁਕਾਨਾਂ ਨਹੀਂ ਖੋਲ੍ਹੀਆਂ। ਉੱਥੇ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਵੀ ਇਹ ਜੋ ਵੱਡੀ ਘਟਨਾ ਵਾਪਰੀ ਹੈ, ਉੱਥੇ ਅਣਗੌਲਿਆ ਕੀਤਾ ਗਿਆ ਹੈ ਸਰਕਾਰ ਦੇ ਹੁਕਮਾਂ ਨੂੰ। ਅਤੇ ਉੱਥੇ ਹੀ ਦੱਸ ਦਈਏ ਕਿ ਕਈ ਜਗ੍ਹਾ ਦੇ ਉੱਤੇ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਉਣ ਤੇ ਪ੍ਰਦਰਸ਼ਨ ਦੀ ਗੱਲ ਆਖੀ ਗਈ ਹੈ। ਤਾਂ ਬਿਲਕੁਲ ਤਸਵੀਰਾਂ ਦੇਖੀਆਂ ਤੁਸੀਂ ਕਿਸ ਤਰ੍ਹਾਂ ਦੇ ਨਾਲ ਔਡ ਈਵਨ ਸਿਸਟਮ ਨੂੰ ਲੈ ਕੇ ਦੁਕਾਨਦਾਰਾਂ ਦੇ ਵਿੱਚ ਜਿਹੜੀ ਥੋੜੀ ਕਨਫਿਊਜ਼ਨ ਵੀ ਦੇਖਣ ਨੂੰ ਮਿਲੀ, ਪਰ ਉੱਥੇ ਵਿਰੋਧ ਜਿਹੜਾ ਉਹ ਕਾਫੀ ਕੀਤਾ ਜਾ ਰਿਹਾ। ਅਗਲੀ ਖਬਰ ਦੇ ਵੱਲ ਰੁਕ ਕਰਦੇ ਹਾਂ। ਬੀਤੇ ਕੱਲ੍ਹ ਦਿੱਲੀ ਦੇ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ ਅਤੇ ਸੋਨੀਆ ਗਾਂਧੀ ਨੂੰ ਹੀ ਪਾਰਟੀ ਦਾ ਅੰਤਰਿਮ ਪ੍ਰਧਾਨ ਜਿਹੜਾ ਉੱਥੇ ਚੁਣਿਆ ਗਿਆ, ਉਹੀ ਬਣੇ ਰਹਿਣਗੇ ਹਜੇ ਫਿਲਹਾਲ। ਤੇ ਉੱਥੇ ਦੱਸਦੀ ਅਗਲੇ 6 ਮਹੀਨਿਆਂ ਦੇ ਵਿੱਚ ਨਵੇਂ ਪ੍ਰਧਾਨ ਦੀ ਜਿਹੜੀ ਹੈ ਚੋਣ ਉਹ ਕੀਤੀ ਜਾਣੀ ਹੈ। 7 ਘੰਟੇ ਤੱਕ ਕਾਂਗਰਸ ਵਰਕਿੰਗ ਕਮੇਟੀ ਦੀ ਇਹ ਬੈਠਕ ਚੱਲੀ ਅਤੇ ਉਸ ਤੋਂ ਬਾਅਦ ਇਹ ਸਮਾਪਤ ਹੋਈ ਅਤੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਹ ਜੋ ਮੀਟਿੰਗ ਹੋਈ ਸੀ। ਦੱਸਦੀ ਕਿ ਇਸ ਦੌਰਾਨ ਡਾਕਟਰ ਮਨਮੋਹਨ ਸਿੰਘ, ਪ੍ਰਿਯੰਕਾ ਵਾਡਰਾ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਅਤੇ ਬੈਠਕ ਦੇ ਵਿੱਚ ਸੋਨੀਆ ਗਾਂਧੀ ਨੇ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ। ਜੋ ਇਹ ਖਬਰਾਂ ਆਈਆਂ ਸਨ ਕਿ ਸੋਨੀਆ ਗਾਂਧੀ ਵੱਲੋਂ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਗਈ, ਪਰ ਉਹੀ ਫਿਲਹਾਲ ਜਿਹੜੇ ਅੰਤਰਿਮ ਪ੍ਰਧਾਨ ਉਹ ਬਣੇ ਰਹਿਣਗੇ ਅਤੇ 6 ਮਹੀਨੇ ਦੇ ਅੰਦਰ ਅੰਦਰ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਉਹ ਕੀਤੀ ਜਾਵੇਗੀ। ਸੋ ਇਸ ਨੂੰ ਲੈ ਕੇ ਰਾਜਨੀਤਿਕ ਪਹਿਲੂਆਂ ਦੀ ਗੱਲ ਕਰੀਏ, ਰਾਜਨੀਤਿਕ ਗਲਿਆਰਾਂ ਦੇ ਵਿੱਚ ਕਾਫੀ ਚਰਚਾ ਜਿਹੜੀ ਹੈ ਦੇਖਣ ਨੂੰ ਮਿਲੀ ਹੈ ਇਸ ਸਬੰਧ ਦੇ ਵਿੱਚ। ਪਰ ਉੱਥੇ ਹੀ ਜੇ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਆਪਣੇ ਜੋ ਆਧਾਰ ਹੈ ਉਸ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਉਸੇ ਨੂੰ ਲੈ ਕੇ ਜਿਹੜੀ ਇਹ ਮੀਟਿੰਗ ਦਾ ਸਿਲਸਿਲਾ ਵੀ ਉਹਨਾਂ ਦੇ ਵਿੱਚ ਸ਼ੁਰੂ ਹੋਇਆ ਅਤੇ ਫਿਲਹਾਲ ਸੋਨੀਆ ਗਾਂਧੀ ਹੀ ਜਿਹੜੇ ਅੰਤਰਿਮ ਪ੍ਰਧਾਨ ਉਹ ਬਣੇ ਰਹਿਣਗੇ। ਸੋ ਫਿਲਹਾਲ ਇਹਨਾਂ ਖਬਰਾਂ ਦੇ ਵਿੱਚ ਨਹੀਂ, ਪਰ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਨਜ਼ਰ ਪਾਉਣੇ ਇਸ ਬੁਲੇਟਿਨ ਦੀਆਂ ਹੈਡਲਾਈਨਸ ਤੇ। ਤਰਨਤਾਰਨ ਤੋਂ ਕਾਬੂ ਕੀਤੇ ਗਏ ਗੈਂਗਸਟਰ ਰਛਪਾਲ ਦੀ ਅੱਤਵਾਦੀਆਂ ਦੇ ਨਾਲ ਲਿੰਕ, ਡੀਜੀਪੀ ਦਿਨਕਰ ਗੁਪਤਾ ਨੇ ਕੀਤਾ ਵੱਡਾ ਖੁਲਾਸਾ। ਕਈ ਮਾਮਲਿਆਂ 'ਚ ਲੋੜੀਂਦਾ ਸੀ ਰਛਪਾਲ। ਬੀਤੇ ਦਿਨੀ ਐਨਕਾਊਂਟਰ ਦੌਰਾਨ ਤਰਨਤਾਰਨ ਪੁਲਿਸ ਨੇ ਕੀਤਾ ਸੀ ਕਾਬੂ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਢੱਡਰੀਆਂ ਵਾਲਿਆਂ ਦੇ ਪ੍ਰੋਗਰਾਮ ਨਾ ਕਰਵਾਉਣ ਦੇ ਦਿੱਤੇ ਹੁਕਮ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੀਤੇ ਗਏ ਅਹਿਮ ਫੈਸਲੇ, ਸੁੱਚਾ ਸਿੰਘ ਲੰਗਾਹ ਦੀ ਮੁਆਫੀ ਵੀ ਕੀਤੀ ਖਾਰਿਜ। ਨਹੀਂ ਥੰਮ ਰਿਹਾ ਜ਼ਹਿਰੀਲੀ ਸ਼ਰਾਬ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ। ਤਰਨਤਾਰਨ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਇੱਕ ਹੋਰ ਮੌਤ। ਨਿੱਜੀ ਹਸਪਤਾਲ ਦੇ ਵਿੱਚ ਚੱਲ ਰਿਹਾ ਸੀ ਇਲਾਜ, ਕਈ ਹਜੇ ਵੀ ਜ਼ੇਰੇ ਇਲਾਜ। ਚੰਡੀਗੜ੍ਹ ਵਿਖੇ ਅੱਜ ਪੰਜਾਬ ਕੈਬਨਿਟ ਦੀ ਅਹਿਮ ਬੈਠਕ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ ਅਗਵਾਈ। ਕਰੋਨਾ ਸੰਕਟ ਦੇ ਨਾਲ 28 ਅਗਸਤ ਨੂੰ ਹੋਣ ਵਾਲੇ ਇੱਕ ਦਿਨਾ ਵਿਧਾਨ ਸਭਾ ਸੈਸ਼ਨ ਤੇ ਵੀ ਹੋ ਸਕਦੀ ਹੈ ਚਰਚਾ। ਪੰਜਾਬ ਪੁਲਿਸ ਦੇ ਐਸਐਚਓ ਨੇ ਕੀਤਾ ਸ਼ਲਾਘਾਯੋਗ ਕੰਮ। ਯੂਨੀਵਰਸਿਟੀ ਦੀਆਂ ਫੀਸਾਂ ਦੇਣ ਲਈ ਵਿਦਿਆਰਥੀਆਂ ਨੂੰ ਆਪਣੇ ਕੋਲੋਂ ਦਿੱਤੇ 50,000 ਰੁਪਏ। ਐਚਐਮਵੀ ਕਾਲਜ ਦੇ ਬਾਹਰ ਫੀਸਾਂ ਨੂੰ ਲੈ ਕੇ ਧਰਨਾ ਦੇ ਰਹੇ ਸਨ ਵਿਦਿਆਰਥੀ।
ਤੇ ਬਟਾਲਾ ਦੇ ਵਿੱਚ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਰੌਣਕਾਂ। ਅੱਜ ਦੇ ਦਿਨ ਮਾਤਾ ਸੁਲੱਖਣੀ ਜੀ ਦੇ ਨਾਲ ਹੋਇਆ ਸੀ ਗੁਰੂ ਸਾਹਿਬ ਦਾ ਵਿਆਹ। ਸੁਲਤਾਨਪੁਰ ਤੋਂ ਬਰਾਤ ਆਈ ਸੀ ਬਟਾਲੇ। ਗੁਰਦੁਆਰਾ ਕੰਧ ਸਾਹਿਬ ਦੇ ਵਿੱਚ 26 ਅਗਸਤ ਤੱਕ ਚੱਲਣਗੇ ਧਾਰਮਿਕ ਸਮਾਗਮ। ਸੋ ਫਿਲਹਾਲ ਇਹਨਾਂ ਖਬਰਾਂ ਦੇ ਵਿੱਚ ਇੰਨਾ ਹੀ। ਜੇਕਰ ਤੁਹਾਡੇ ਕੋਲ ਇਸ ਬਾਬਤ ਕੋਈ ਵੀ ਸੁਝਾਅ ਜਾਂ ਜਾਣਕਾਰੀ ਹੈ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ news@fastway.in ਤੇ। ਇਸ ਤੋਂ ਇਲਾਵਾ ਤੁਸੀਂ ਸਾਨੂੰ ਆਨਲਾਈਨ ਵੀ ਦੇਖ ਸਕਦੇ ਹੋ www.fastway.in ਤੇ। ਹੁਣ ਮੈਨੂੰ ਦੇ ਇਜਾਜ਼ਤ। ਧੰਨਵਾਦ।